ਦੁਨੀਆ ਦੀ ਰੰਗਲੀ ਮਜਲਿਸ 'ਚ ਗੁਣ ਭਾਂਤ ਪ੍ਰਕਾਰੀ ਬਣ ਫੁੱਲ ਖਿੜਦੇ, ਪਰ ਉਹ ਮਜਲਿਸ ਨਹੀਂ ਰਹਿੰਦੀ ਜਿੱਥੇ ਨਾਲ ਮਿਜਾਜਾਂ ਰਹਿਣ ਗੁੱਸੇ ਛਿੜਦੇ। ਕੋਈ ਕੌੜਾ ਬੋਲੇ ਤੇ ਕੋਈ ਸਹਿਜੇ ਮਿੱਠਾ ਜਾਣ, ਮਹਿਜ ਮਖੌਲ ਤੇ ਵੀ ਕਈ ਰਹਿੰਦੇ ਚਿੜਦੇ। ਅਮਨ ਉਹ ਬੰਦੇ ਨਹੀਂ ਧੁਰ ਤਾਈਂ ਅੱਪੜਦੇ, ਸੁਭਾਅ ਤੋਂ ਰਹਿਣ ਜੋ ਗੁਣਾਂ ਦੇ ਨਾਲ ਭਿੜਦੇ, ਸੁਭਾਅ ਤੋਂ ਰਹਿਣ ਜੋ ਗੁਣਾਂ ਦੇ ਨਾਲ ਭਿੜਦੇ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਸਾਹਿਬ ਵਰਗਾ ਸੁਭਾਅ। ਤਕਰੀਬਨ 7.9 ਬਿਲੀਅਨ ਦੀ ਜਨਸੰਖਿਆ ਵਿੱਚ ਕੋਈ ਵੀ ਇਨਸਾਨ ਹੂ-ਬਹੂ ਦੂਜੇ ਇਨਸਾਨ ਨਾਲ ਮੇਲ ਨਹੀਂ ਖਾਂਦਾ। ਸਰੀਰਕ ਢਾਂਚੇ ਦੀਆਂ ਨੈਣ ਨਕਸ਼ ਰੂਪ, ਨਿੱਕੀਆਂ ਨਿੱਕੀਆਂ ਭਿੰਨਤਾਵਾਂ ਤੋਂ ਲੈ ਕੇ ਸਮਾਜਿਕ ਵਰਤੋਂ ਵਿਹਾਰ ਦੇ ਸੂਰਤ ਸੁਭਾਅ ਵੀ ਇੱਕ ਇਨਸਾਨ ਦਾ ਦੂਜੇ ਇਨਸਾਨ ਨਾਲੋਂ ਭਿੰਨ ਹੈ। ਜੇ ਵੇਖਿਆ ਜਾਵੇ ਤਾਂ ਜਿੱਥੇ ਸ਼ਕਲ ਸੂਰਤ ਦੀ ਬਰੀਕੀ ਇੱਕ ਇਨਸਾਨ ਨੂੰ ਦੂਜੇ ਇਨਸਾਨ ਨਾਲੋਂ ਵੱਖ ਕਰਦੀ ਹੈ, ਉੱਥੇ ਹੀ ਸੀਰਤ ਵਿਚਲੀ ਭਾਵ ਕਿ ਸੁਭਾਅ ਵਿਚਲੀ ਭਿੰਨਤਾ ਵੀ ਇੱਕ ਇਨਸਾਨ ਨੂੰ ਦੂਜੇ ਇਨਸਾਨ ਤੋਂ ਭਿੰਨ ਕਰਦੀ ਹੈ। ਪਰ ਇਸ ਸੁਭਾਅ ਰੂਪ ਭਿੰਨਤਾ ਕਰਕੇ ਹੀ ਸਾਡਾ ਸਮਾਜ ਵੱਖ-ਵੱਖ ਸੁਭਾਅ ਰੂਪੀ ਗੁਣਾਂ ਦਾ ਗੁਲਦਸਤਾ ਬਣਦਾ ਹੈ, ਜੋ ਇੱਕ ਕਿਸਮ ਨਾਲ ਸਮਾਜਿਕ ਜੀਵਨ ਦੀ ਸਧਾਰਨ ਰੂਪ ਚੱਲਦੀ ਚਾਲ ਨੂੰ ਚੁਣੌਤੀਆਂ ਭਰਪੂਰ ਕਰਕੇ ਜਿਉਣ ਵਿੱਚ ਦਿਲਕਸ਼ ਤੇ ਦਿਲਚਸਪ ਕਰਦਾ ਹੈ। ਪੰਜਾਬੀ ਮੁਹਾਰਨੀ ਦੇ 3 ਅੱਖਰ ਤੇ 2 ਲਗਾ ਮਾਤਰਾਂ ਦੀ ਸਾਂਝੀ ਸੰਧੀ ਦੀ ਉਪਜ ਚੋਂ ਉਪਜੇ ਸੁਭਾਅ ਅੱਖਰ ਦਾ ਸਰਲ ਰੂਪ ਵਿਸ਼ਲੇਸ਼ਣ ਕਰ ਜੇ ਗੱਲ ਕਰੀਏ ਤਾਂ ਸਾਡੇ ਵਰਤਾਓ ਦਾ ਪ੍ਰਤੱਖ ਗੁਣ, ਸਾਡੀਆਂ ਆਦਤਾਂ, ਸਾਡਾ ਮਜਾਜ ਆਦਿ ਸਾਡੇ ਸੁਭਾਅ ਦਾ ਉਹ ਪ੍ਰਤੀਬਿੰਬ ਹੈ ਜੋ ਕਰਮ ਰੂਪ ਵਿੱਚ ਝਲਕਦਾ ਹੈ। ਇਨਸਾਨੀ ਜੀਵਨ ਦੀ ਕਾਰਜਕੁਸ਼ਲਤਾ 'ਚ ਸੁਭਾਅ ਬੜਾ ਹੀ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਕਿਉਂਕਿ ਸੁਭਾਅ ਮੁਤਾਬਕ ਹੀ ਇੱਕ ਇਨਸਾਨ ਦੇ ਸਮਾਜਿਕ ਰਿਸ਼ਤੇ, ਸੰਸਾਰਿਕ ਸਾਂਝ ਭਿਆਲੀਆਂ ਬਣਦੀਆਂ ਹਨ, ਜਿਨ੍ਹਾਂ ਸੰਗ ਉਹ ਆਪਣੇ ਜੀਵਨ ਦੇ ਕਦਮਾਂ ਦੀ ਮੁਹਾਰ ਰਲਾ ਕੇ ਅੱਗੇ ਵੱਧਦਾ ਹੈ। ਇਨਸਾਨ ਦੇ ਸੁਭਾਅ ਵਿਚਲੀ ਨੈਤਿਕਤਾ ਹੀ ਸਮਾਜ ਅੰਦਰ ਇਨਸਾਨ ਦੀ ਸੋਭਾ ਇੱਜ਼ਤ ਕਰਾਉਂਦੀ ਹੈ। ਜਦੋਂ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਹੋ ਇਨਸਾਨ ਸਮਾਜ ਦਾ ਅੰਗ ਬਣਦਾ ਹੈ ਤਾਂ ਇਸ ਦੇ ਆਲੇ ਦੁਆਲੇ ਪਸਰਿਆ ਸਮਾਜਿਕ ਦਾਇਰਾ ਇਸ ਦੇ ਸੁਭਾਅ ਵਿਚਲੀ ਭਲਮਾਨਸੀ ਨੂੰ, ਗੁਣਵੱਤਾ ਨੂੰ, ਸ਼ਰਾਫਤ ਨੂੰ ਵੇਖ ਕੇ ਹੀ ਇਸ ਦੇ ਨਾਲ ਸਾਂਝ ਬਣਾ ਕੇ ਇਸ ਨੂੰ ਸੰਸਾਰੀ ਜੀਵਨ ਦੀ ਗੱਡੀ ਸਹਿਲੇ ਹੀ ਅੱਗੇ ਤੋਰਨ ਵਿੱਚ ਸਹਾਇਤਾ ਕਰਦਾ ਹੈ। ਪਰ ਕਈ ਵਾਰੀ ਇਨਸਾਨ ਦੇ ਸੁਭਾਅ ਵਿੱਚ ਪੱਕ ਚੁੱਕੀਆਂ ਕੁਝ ਗੱਲਾਂ ਕਰਕੇ ਇਨਸਾਨ ਦੇ ਕਰੀਬੀ ਰਿਸ਼ਤੇ, ਕਰੀਬੀ ਸਾਂਝਾਂ ਵੀ ਇਨਸਾਨ ਤੋਂ ਦੂਰ ਹੋ ਜਾਂਦੀਆਂ ਹਨ, ਕਿਉਂਕਿ ਸਾਂਝ ਵਿੱਚ, ਵਰਤੋਂ ਵਿਹਾਰ ਵਿੱਚ ਅੜਿੱਕਾ ਹਮੇਸ਼ਾ ਸੁਭਾਅ ਬਣਦਾ ਹੈ। ਇਸ ਗੱਲ ਦਾ ਤਕਾਜ਼ਾ ਅਸੀਂ ਆਪਣੀ ਹੀ ਜ਼ਿੰਦਗੀ ਤੋਂ ਲਾ ਸਕਦੇ ਹਾਂ ਕਿ ਕਈ ਵਾਰੀ ਸਾਡੇ ਕਈ ਨਜ਼ਦੀਕੀ ਦੋਸਤ, ਕਈ ਕਰੀਬੀ ਰਿਸ਼ਤੇ, ਕਈ ਅਜੀਜ਼ ਸੱਜਣ ਸਾਡੇ ਸੁਭਾਅ ਵਿਚਲੀ ਕਿਸੇ ਤਰੁੱਟੀ ਕਰਕੇ, ਕਿਸੇ ਕਮੀ ਕਰਕੇ ਜਾਂ ਸਾਡੇ ਸੁਭਾਅ ਦੀ ਕਿਸੇ ਮਨਮੌਜੀ ਪ੍ਰਵਿਰਤੀ ਕਰਕੇ ਸਾਨੂੰ ਸਾਡੇ ਭਲੇ ਦੀ, ਸਾਨੂੰ ਸਾਡੀ ਬਿਹਤਰੀ ਦੀ ਵੀ ਕੋਈ ਗੱਲ ਖੁੱਲ੍ਹ ਕੇ ਨਹੀਂ ਕਹਿ ਪਾਉਂਦੇ, ਕੋਈ ਸਲਾਹ ਨਹੀਂ ਦੇ ਪਾਉਂਦੇ ਜਾਂ ਆਪਣੇ ਅੰਦਰ ਦਾ ਕੋਈ ਮਾੜਾ ਮੋਟਾ ਰੋਸਾ ਰੁਸੇਵਾਂ ਵੀ ਸਾਡੇ ਅੱਗੇ ਨਹੀਂ ਰੱਖ ਪਾਉਂਦੇ, ਕਿਉਂਕਿ ਉਹ ਸਾਡੇ ਸੁਭਾਅ ਤੋਂ ਝਿਜਕਦੇ ਨੇ, ਸਾਡੇ ਸੁਭਾਅ ਤੋਂ ਡਰਦੇ ਨੇ। ਤੇ ਫਿਰ ਅਜਿਹੇ ਸੁਭਾਅ ਕਰਕੇ ਚਿਰਾਂ ਦੀ ਪੱਕੀ ਸੱਜਣਤਾਈ 'ਚ ਆਇਆ ਪਾੜਾ ਬਹੁਤੀ ਵਾਰੀ ਸਾਂਝ ਨੂੰ, ਸੱਜਣਤਾਈ ਨੂੰ ਚਕਨਾਚੂਰ ਕਰ ਦਿੰਦਾ ਹੈ। ਹੁਣ ਸੁਭਾਅ ਵਿਚਲੇ ਭਿੰਨ ਭੇਦ ਕਰਕੇ ਸੰਸਾਰੀ ਸਾਂਝ, ਸੰਸਾਰੀ ਸੱਜਣਤਾਈ, ਸੰਸਾਰੀ ਰਿਸ਼ਤੇ ਨਾਤੇ ਟੁੱਟ ਕੇ ਚਕਨਾਚੂਰ ਹੁੰਦੇ ਤੇ ਉਹਨਾਂ 'ਚ ਆਉਂਦੀਆਂ ਦੂਰੀਆਂ ਤੋਂ ਅਸੀਂ ਸਾਰੇ ਭਲੀ ਭਾਂਤ ਵਾਕਫ ਹਾਂ, ਕਿਉਂਕਿ ਅਸੀਂ ਸਾਰੇ ਸਮਾਜ ਦਾ ਅੰਗ ਹਾਂ ਤੇ ਸਮਾਜ ਦੀ ਇਸ ਸੁਭਾਵਿਕ ਇਕਾਈ ਨੂੰ ਸਮਾਜਿਕ ਪਰਿੰਦਿਆਂ ਦੇ ਕਰੀਬ ਰਹਿ ਪ੍ਰਤੱਖ ਰੂਪ ਵਿੱਚ ਅਸੀਂ ਸਭ ਨੇ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਸਾਂਝ ਭਿਆਲੀ 'ਚ ਹੰਢਾਇਆ ਵੀ ਜ਼ਰੂਰ ਹੈ। ਇਸ ਕਰਕੇ ਸੁਭਾਅ ਵਿਚਲਾ ਫਰਕ ਕਿਸ ਤਰ੍ਹਾਂ ਤੇ ਕਿਸ ਹੱਦ ਤੱਕ ਜੀਵ ਦੀ ਮਾਨਸਿਕ ਮਨੋਦਸ਼ਾ ਨੂੰ ਤੇ ਸਮਾਜਿਕ ਜੀਵਨ ਸ਼ੈਲੀ ਨੂੰ ਪ੍ਰਭਾਵਿਤ ਕਰਦਾ ਹੈ, ਇਸ ਗੱਲ ਦਾ ਸਿੱਧਾ ਜਿਹਾ ਅੰਦਾਜ਼ਾ ਅਸੀਂ ਸਾਰੇ ਲਾ ਸਕਦੇ ਹਾਂ। ਪਰ ਸੁਭਾਅ ਵਿਚਲੀ ਭਿੰਨਤਾ, ਸੁਭਾਅ ਵਿਚਲਾ ਫਰਕ ਸਾਡੀ ਅਧਿਆਤਮਿਕ ਸਾਂਝ ਨੂੰ, ਸਾਡੀ ਨੂਰ ਭਿਆਲੀ ਨੂੰ, ਸਾਡੀ ਰੂਹਾਨੀ ਸੱਜਣਤਾਈ ਨੂੰ ਕਿਸ ਹੱਦ ਤੱਕ ਤੇ ਕਿੰਨੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਇਸ ਗੱਲ ਦਾ ਸ਼ਾਇਦ ਸਾਨੂੰ ਅੰਦਾਜ਼ਾ ਨਹੀਂ ਹੈ। ਸ਼ਾਇਦ ਇਸ ਤੱਥ ਤੋਂ ਨਾ ਵਾਕਫ ਹੋਣ ਕਰਕੇ ਹੀ ਅਸੀਂ ਕਦੀ ਆਪਣੇ ਸੁਭਾਅ ਵੱਲ ਝਾਤੀ ਨਹੀਂ ਮਾਰਦੇ। ਸ਼ਾਇਦ ਇਸੇ ਬਰੀਕ ਭੇਦ ਵੱਲੋਂ ਮੂੰਦੇ ਨੇਤਰਾਂ ਕਰਕੇ ਅਸੀਂ ਆਪਣੇ ਸੁਭਾਅ ਨੂੰ ਕਦੀ ਘੋਖ ਕੇ ਨਹੀਂ ਵੇਖਿਆ ਕਿ ਸਾਡੇ ਸੁਭਾਅ ਵਿੱਚ ਕੀ ਕਮੀਆਂ, ਕੀ ਤਰੁੱਟੀਆਂ ਨੇ। ਸ਼ਾਇਦ ਇਸੇ ਲਈ ਅਸੀਂ ਕਦੀ ਇਸ ਗੱਲ ਤੇ ਗੌਰ ਨਹੀਂ ਕੀਤਾ ਕਿ ਸਾਡੀ ਕਰਮ ਗਤੀ ਦੀਆਂ
ਕਿਹੜੀਆਂ ਸੁਭਾਅ ਰੂਪ ਗਤੀਵਿਧੀਆਂ ਪਰਮਾਤਮ ਪੱਖੀ ਗੁਣਾਂ ਨਾਲ ਪਰਮਾਤਮ ਪੱਖੀ ਸੁਭਾਅ ਨਾਲ ਮੇਲ ਨਹੀਂ ਖਾਂਦੀਆਂ। ਗੁਰੂ ਗੁਰਬਾਣੀ ਰੂਪ ਸਾਗਰ ਚੋਂ ਉੱਠੀਆਂ ਸਮਝ ਰੂਪ ਪ੍ਰਸ਼ਾਦ ਦੀਆਂ ਛੱਲਾਂ। ਕਹੋ ਕਬੀਰ ਇਹ ਰਾਮ ਕੀ ਅੰਸ ਅਚਰਜ ਕਥਾ ਮਹਾ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਜਦ ਸਾਡੇ ਸੰਸਾਰੀ ਜੀਵਾਂ ਤੱਕ ਆਉਂਦੀਆਂ ਹਨ ਤਾਂ ਦੱਸਦੀਆਂ ਹਨ ਕਿ ਆਤਮਕ ਪੱਖ ਤੋਂ ਅਸੀਂ ਪਰਮ ਪਿਤਾ ਪਰਮਾਤਮਾ ਦੀ ਅੰਸ਼ ਹਾਂ, ਜਿਸ ਕਰਕੇ ਸਾਡੀ ਸਭ ਤੋਂ ਕਰੀਬੀ ਸਾਂਝ ਸੱਜਣਤਾਈ ਪਰਮਾਤਮਾ ਨਾਲ ਹੈ। ਪਰ ਕਾਇਆ ਰੂਪ ਤੱਤਾਂ ਦੀ ਰਚਨਾ 'ਚ ਆਉਣ ਕਰਕੇ ਸਾਡੀ ਸਭ ਤੋਂ ਕਰੀਬੀ ਸਾਂਝ ਸ੍ਰੇਸ਼ਟ ਸੱਜਣਤਾਈ ਇੱਕ ਕਿਸਮ ਨਾਲ ਧੁੰਦਲੀ ਪੈਣੀ ਸ਼ੁਰੂ ਹੋ ਗਈ ਹੈ, ਕਿਉਂਕਿ ਸਾਡੀਆਂ ਸੁਭਾਅ ਰੂਪ ਪ੍ਰਵਿਰਤੀਆਂ 'ਚ ਫਰਕ ਆ ਗਿਆ ਹੈ ਤੇ ਅਸੀਂ ਸੁਭਾਅ ਕਰਕੇ ਦੂਰ ਹੋ ਗਏ ਹਾਂ। ਹੁਣ ਮਾਲਕ ਪਰਮਾਤਮਾ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਨਿਰਵੈਰ ਪੁਰਖ ਹੈ, ਦਇਆਵਾਨ ਦਿਆਲੂ ਪੁਰਖ ਹੈ, ਨਿਰਮਲ ਪਾਕ ਪਵਿੱਤਰ ਪੁਰਖ ਹੈ, ਹੱਕੀ ਕਾਇਦੇ ਵਾਲਾ ਹੱਕ ਪੁਰਖ ਹੈ। ਹੱਕ ਸੱਚ ਨਿਰਮਲਤਾ ਨਿਮਰਤਾ ਸਬਰ ਸੰਤੋਖ ਸਹਿਜ ਸਿੱਧਕ ਨਿਮਾਣਾਪਨ ਰੂਪ ਗੁਣ ਉਸ ਦਾ ਸੁਭਾਅ ਹੈ। ਪਰ ਇਸ ਗੁਣੀ ਸੁਭਾਅ ਦੇ ਵਿਪਰੀਤ ਬੇਹੱਕੀ ਝੂਠ ਗੰਦਲੀ ਸੋਚ ਗੰਦਲੀ ਸੁਰਤੀ ਬਿਰਤੀ ਹੰਕਾਰ ਆਕੜ ਹੋਸ਼ਾਪਨ ਕਾਹਲਾਪਨ ਸਾਡਾ ਇਨਸਾਨਾਂ ਦਾ ਸੁਭਾਅ ਹੈ। ਕਿਸੇ ਦੇ ਔਗਣ ਨਾ ਚਿਤਾਰਨੇ ਸ਼ਰਨ ਆਇਆਂ ਨੂੰ ਰਹਿਮਤਾਂ ਨਿਆਮਤਾਂ ਨਾਲ ਨਿਵਾਜ ਕੇ ਬਖਸ਼ ਕੇ ਗੱਲ ਨਾਲ ਲਾਉਣਾ ਉਸ ਬਖਸ਼ਿੰਦ ਪੁਰਖ ਸਤਿਪੁਰਖ ਪਿਤਾ ਜੀ ਦਾ ਸੁਭਾਅ ਹੈ। ਹੋਰਾਂ ਦੀ ਕੀਤੀ ਨੂੰ ਛੱਜ ਪਾ ਛੱਟਣਾ, ਹੋਰਾਂ ਦੀਆਂ ਕਮੀਆਂ ਦਾ ਕੋਠੇ ਚੜ੍ਹ ਢੰਡੋਰਾ ਪੱਟਣਾ, ਹੋਰਾਂ ਨੂੰ ਮਾੜਾ ਕਹਿਣਾ, ਮੰਦੇ ਬੋਲ ਬੋਲਣੇ, ਹੋਰਾਂ ਤੇ ਦੂਸ਼ਣਬਾਜ਼ੀ ਕਰਨੀ ਸਾਡਾ ਇਨਸਾਨਾਂ ਦਾ ਸੁਭਾਅ ਹੈ। ਹੁਣ ਸੁਭਾਅ ਵਿਚਲਾ ਇਹ ਜ਼ਮੀਨ ਅਸਮਾਨ ਦਾ ਫਰਕ ਹੀ ਅਸਲ ਵਿੱਚ ਦਿਨ ਪ੍ਰਤੀ ਦਿਨ ਸਾਡੀ ਗਹਿਰੀ ਪੱਕੀ ਤੇ ਸ੍ਰੇਸ਼ਟ ਸਾਂਝ ਨੂੰ ਸੱਜਣਤਾਈ ਨੂੰ ਧੁੰਦਲਾ ਪਾਈ ਜਾ ਰਿਹਾ ਹੈ। ਜੇ ਕਦੀ ਬਹਿ ਕੇ ਸੁਭਾਅ ਵਿਚਲੇ ਇਸ ਭੇਦ ਤੇ ਗੌਰ ਕਰੀਏ ਤਾਂ ਬੜੀ ਗਹਿਰੀ ਤੇ ਬਰੀਕ ਸੋਚਣੀ ਦਾ ਮਜਬੂਨ ਹੈ। ਬੜੀ ਵੱਡੀ ਚਿੰਤਾ ਦਾ ਮਸਲਾ ਹੈ ਕਿ ਸਾਡਾ ਸੁਭਾਅ ਗੁਣੀ ਅਕੀਦੇ ਮੁਤਾਬਕ ਪਰਮਾਤਮਾ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਜਿੱਥੇ ਸੁਭਾਅ ਮੇਲ ਨਹੀਂ ਖਾਂਦਾ ਉੱਥੇ ਸੱਜਣਤਾ ਹੀ ਨਹੀਂ ਰਹਿੰਦੀ, ਸਾਂਝ ਨਹੀਂ ਪੈਂਦੀ। ਤੇ ਫਿਰ ਜੇ ਸਾਡੀ ਉਸ ਸਦਾ ਸਹਾਈ ਰਹਿਣ ਵਾਲੇ ਸੱਜਣ ਪੁਰਖ ਨਾਲੋਂ ਹੀ ਸਾਂਝ ਟੁੱਟ ਗਈ ਤਾਂ ਸਾਡਾ ਬਣੂ ਕੀ, ਅਸੀਂ ਕਿੱਥੇ ਜਾਵਾਂਗੇ। ਸੋ ਅਖੀਰ ਇਸ ਮਹਾਵਾਕ ਦੀ ਸਮਝ ਆਪਣੇ ਜ਼ਹਿਨ 'ਚ ਰੱਖ ਕੇ ਹਰ ਕੇ ਗੁਣ ਹਰ ਭਾਵ ਦੇ ਕੋਸ਼ਿਸ਼ ਕਰੀਏ ਆਪਣੇ ਸੁਭਾਅ ਨੂੰ ਗੁਣੀ ਅਕੀਦੇ ਕਾਇਦੇ ਨਾਲ ਸਮਰੱਥ ਪੁਰਖ ਸਤਿਪੁਰਖ ਪਿਤਾ ਜੀ ਦੇ ਅਕੀਦੇ ਕਾਇਦੇ 'ਚ ਢਾਲਣ ਦੀ, ਕਿਉਂਕਿ ਨਿਰਮਲ ਜਲ ਦੀ ਬੂੰਦ ਸਾਗਰ 'ਚ ਜਾ ਸਾਗਰ ਦਾ ਰੂਪ ਹੋ ਅਭੇਦਤਾ ਨੂੰ ਹਾਸਲ ਕਰ ਸਕਦੀ ਹੈ, ਤੇਲ ਦੀ ਨਹੀਂ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।